ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਅੱਜ ਦੇ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਇਮੀਗ੍ਰੇਸ਼ਨ ਵਿਭਾਗ ਨੇ ਅੱਜ 6000 ਵਿਅਕਤੀਆਂ ਨੂੰ PR ਦੇ ਲਈ ਭੇਜੇ ਇਨਵੀਟੇਸ਼ਨ। ਦੱਸਾਂਗੇ ਕਿੰਨਾ ਗਿਆ ਘੱਟੋ ਘੱਟ CRS ਸਕੋਰ। ਹੋਟਲ ਕੁਆਰੰਟੀਨ ਦੀ ਹਦਾਇਤ ਦੇ ਵਿਰੋਧ ਵਿੱਚ ਕਈ ਵਿਅਕਤੀ ਚੁੱਕ ਰਹੇ ਨੇ ਆਵਾਜ਼। ਲੀਗਲ ਚੁਣੌਤੀ ਦਾ ਦਾਅਵਾ ਤਾਂ ਕਈਆਂ ਨੂੰ $3000 ਤੱਕ ਦੇ ਫਾਈਨ ਹੋਏ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਕਾਨਫਰੰਸ। ਦੱਸਾਂਗੇ ਕੈਨੇਡਾ ਵਾਸੀਆਂ ਦੇ ਲਈ ਕਿਹੜੀ ਦਿੱਤੀ ਜਾਣਕਾਰੀ ਤੇ ਕੀ ਕੀਤੇ ਨੇ ਐਲਾਨ। ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਲੋਕਾਂ ਨੂੰ ਸਾਵਧਾਨ ਹੋਣ ਦੇ ਲਈ ਕਿਹਾ। 2 ਈਮੇਲ ਦੱਸਦੇ ਹੋਏ ਉਹਨਾਂ ਨੂੰ ਦੱਸਿਆ ਜਾਲੀ ਤੇ ਦੱਸਾਂਗੇ ਕੀ ਦਿੱਤੀ ਉਹਨਾਂ ਨੇ ਜਾਣਕਾਰੀ। ਓਨਟਾਰੀਓ ਵਿੱਚ ਸਟੇ ਐਟ ਹੋਮ ਆਰਡਰ ਦੇ ਵਿੱਚ ਵਾਧਾ। ਹੁਣ 4 ਨਹੀਂ ਸਗੋਂ 6 ਹਫ਼ਤੇ ਦੇ ਲਈ ਲਾਗੂ ਹੋਈਆਂ ਸਖਤ ਹਦਾਇਤਾਂ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੁਝ ਘੰਟੇ ਪਹਿਲਾਂ ਹੀ ਸ਼ੁੱਕਰਵਾਰ ਦੇ ਦਿਨ ਜੋ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ, ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਡਰਾਅ ਕੱਢਿਆ ਹੈ। ਐਕਸਪ੍ਰੈਸ ਐਂਟਰੀ ਦੇ ਅਧੀਨ ਕੱਢੇ ਗਏ ਇਸ ਡਰਾਅ ਦੇ ਵਿੱਚ 6000 ਵਿਅਕਤੀਆਂ ਨੂੰ PR ਦੇ ਲਈ ਇਨਵੀਟੇਸ਼ਨ ਗਏ ਨੇ। ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਹੈ। 16 ਅਪ੍ਰੈਲ ਨੂੰ ਇਹ ਡਰਾਅ ਕੱਢਿਆ ਗਿਆ ਜਿਸ ਦੇ ਵਿੱਚ ਘੱਟੋ ਘੱਟ CRS ਸਕੋਰ 417 ਤੱਕ ਰਿਹਾ ਹੈ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਨੇ 6000 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਨੇ PR ਦੇ ਵਾਸਤੇ। ਇਹ ਵਾਲਾ ਡਰਾਅ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲਿਆਂ ਵਾਸਤੇ ਸੀ, ਯਾਨੀ ਕਿ ਉਹ ਵਿਅਕਤੀ ਜਿਨ੍ਹਾਂ ਦਾ ਕੈਨੇਡਾ ਵਿੱਚ ਕੰਮ ਕਰਨ ਦਾ ਘੱਟੋ ਘੱਟ 1 ਸਾਲ ਦਾ ਅਨੁਭਵ ਹੈ ਤੇ ਉਹਨਾਂ ਨੇ ਐਕਸਪ੍ਰੈਸ ਐਂਟਰੀ ਦੇ ਅਧੀਨ ਫਾਈਲਾਂ ਲਾਈਆਂ ਹੋਈਆਂ ਸਨ, ਤਾਂ ਉਹਨਾਂ ਨੂੰ PR ਦੇ ਵਾਸਤੇ ਇਨਵੀਟੇਸ਼ਨ ਗਏ ਨੇ। ਜੋ ਆਖਰੀ ਵਾਰ ਐਕਸਪ੍ਰੈਸ ਐਂਟਰੀ ਦੇ ਅਧੀਨ CEC ਕਲਾਸ ਵਾਲਿਆਂ ਦਾ ਇਹ ਡਰਾਅ ਨਿਕਲਿਆ ਸੀ, ਉਸ ਦੇ ਵਿੱਚ 5000 ਜਣਿਆਂ ਨੂੰ ਇਨਵੀਟੇਸ਼ਨ ਗਏ ਸੀ PR ਦੇ ਵਾਸਤੇ ਤੇ ਇਸ ਵਾਰ 1000 ਜ਼ਿਆਦਾ ਵਿਅਕਤੀਆਂ ਨੂੰ ਇਨਵੀਟੇਸ਼ਨ ਗਏ ਨੇ ਤੇ ਘੱਟੋ ਘੱਟ ਸਕੋਰ ਹੈ ਜੋ CRS ਉਸ ਦੇ ਵਿੱਚ ਵੀ 15 ਤੱਕ ਪੁਆਇੰਟ ਹੇਠਾਂ ਆਏ ਨੇ। ਸ਼ੁੱਕਰਵਾਰ ਦੀ ਸ਼ਾਮ ਨੂੰ ਇਹ ਡਰਾਅ ਕੱਢਿਆ ਗਿਆ ਜਿਸ ਦੇ ਵਿੱਚ ਹੁਣ ਜਿਨ੍ਹਾਂ ਨੂੰ ਇਨਵੀਟੇਸ਼ਨ ਗਏ ਨੇ ਉਹ ਅੱਗੇ ਆਪਣੀ ਅਰਜ਼ੀ ਲਗਾ ਸਕਦੇ ਨੇ, ਜਿਸ ਦੇ ਵਿੱਚ ਉਹਨਾਂ ਨੂੰ ਡਾਕੂਮੈਂਟ ਜਮ੍ਹਾਂ ਕਰਵਾਉਣੇ ਪੈਣਗੇ ਤੇ ਉਸ ਤੋਂ ਬਾਅਦ ਉਹਨਾਂ ਦੀ PR ਦੀ ਪ੍ਰਕਿਰਿਆ ਹੈ ਜੋ ਉਹ ਸ਼ੁਰੂ ਹੋ ਜਾਵੇਗੀ। ਇਸ ਵਾਰ PR ਦੇ ਵਾਸਤੇ ਇਨਵੀਟੇਸ਼ਨ ਉਹਨਾਂ ਵਿਅਕਤੀਆਂ ਨੂੰ ਗਏ ਨੇ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਦੇ ਵਾਸਤੇ ਜੋ ਆਪਣੀ ਫਾਈਲ ਹੈ ਉਹ 1 ਮਾਰਚ 2021 ਤੋਂ ਪਹਿਲਾਂ ਲਗਾ ਦਿੱਤੀ ਸੀ, ਜੋ ਘੱਟੋ ਘੱਟ 417 CRS ਸਕੋਰ ਗਿਆ ਹੈ। ਉਸ ਮੁਤਾਬਕ ਇਨਵੀਟੇਸ਼ਨ ਗਏ ਨੇ ਤੇ ਸਾਲ 2021 ਵਿੱਚ ਹੁਣ ਤੱਕ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ 55,390 ਵਿਅਕਤੀਆਂ ਨੂੰ ਐਕਸਪ੍ਰੈਸ ਐਂਟਰੀ ਦੇ ਅਧੀਨ PR ਦੇ ਵਾਸਤੇ ਇਨਵੀਟੇਸ਼ਨ ਭੇਜ ਚੁੱਕਿਆ ਹੈ। ਇਸ ਗਿਣਤੀ ਦੇ ਵਿੱਚ ਵੱਡਾ ਵਾਧਾ ਫਰਵਰੀ 13 ਨੂੰ ਹੋਇਆ ਸੀ, ਜਦੋਂ 27000 ਤੋਂ ਵੱਧ ਵਿਅਕਤੀਆਂ ਨੂੰ ਇੱਕੋ ਵਾਰ ਵਿੱਚ PR ਦੇ ਲਈ ਇਨਵੀਟੇਸ਼ਨ ਗਏ ਸਨ, ਜਦੋਂ CEC ਕੈਂਡੀਡੇਟਸ ਦੇ ਵਾਸਤੇ ਜੋ ਸਕੋਰ ਹੈ ਘੱਟੋ ਘੱਟ 75 ਤੱਕ ਹੀ ਰਹਿ ਗਿਆ ਸੀ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਸਾਲ 2021 ਦੇ ਵਿੱਚ ਜਿੰਨੇ ਵੀ ਡਰਾਅ ਕੱਢ ਚੁੱਕਿਆ ਹੈ, ਖਾਸ ਤੌਰ ਦੇ ਉੱਤੇ ਉਹ ਜੋ CEC ਕਲਾਸ ਦੇ ਅਧੀਨ ਆਉਂਦੇ ਨੇ ਉਹਨਾਂ ਦੇ ਵਾਸਤੇ ਨੇ, ਜਾਂ ਫਿਰ ਜਿਹੜਾ ਨੇ PNP ਜਿਨ੍ਹਾਂ ਦੀ ਅਪਰੂਵ ਹੋ ਗਈ ਹੈ ਉਹਨਾਂ ਦੇ ਵਾਸਤੇ। ਦਰਅਸਲ ਜਿਹੜੇ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਮੌਜੂਦ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਪੱਕੇ ਕਰਨ ਦੇ ਵਾਸਤੇ ਇਨਵੀਟੇਸ਼ਨ ਭੇਜੇ ਜਾ ਰਹੇ ਨੇ ਤੇ IC ਕਲਾਸ ਦਾ ਜੋ ਇੱਕ ਵੀ ਡਰਾਅ ਹੈ ਸਾਲ 2021 ਦੇ ਵਿੱਚ, ਯਾਨੀ ਕਿ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਦੇ ਅਧੀਨ ਆਉਂਦੇ ਨੇ ਜਿਹੜੇ, ਉਹਨਾਂ ਦਾ ਇੱਕ ਵੀ ਡਰਾਅ ਸਾਲ 2021 ਵਿੱਚ ਹਜੇ ਨਹੀਂ ਨਿਕਲਿਆ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜੋ ਹੋਟਲ ਕੁਆਰੰਟੀਨ ਦੀ ਹਦਾਇਤ ਕੈਨੇਡਾ ਸਰਕਾਰ ਨੇ ਲਗਾਈ ਹੋਈ ਹੈ ਉਸ ਬਾਰੇ ਅੱਗੇ ਜਾਣਕਾਰੀ ਹੈ। ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਹੈ ਕਿ 200 ਤੋਂ ਜ਼ਿਆਦਾ ਟਿਕਟਸ ਨੇ ਜੋ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੇ ਹੋਟਲ ਕੁਆਰੰਟੀਨ ਦੀ ਹਦਾਇਤ ਦੀ ਉਲੰਘਣਾ ਕੀਤੀ। ਜੇਕਰ 에ਅਰਪੋਰਟ ਦੇ ਉੱਤੇ ਪਹੁੰਚ ਕੇ ਕੋਈ ਯਾਤਰੀ ਹੋਟਲ ਵਿੱਚ ਕੁਆਰੰਟੀਨ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ $3000 ਤੱਕ ਫਾਈਨ ਲੱਗਦਾ ਹੈ। ਤਾਂ ਉਧਰ ਵੈਨਕੂਵਰ, ਟੋਰਾਂਟੋ, ਮੌਂਟਰੀਅਲ ਤੇ ਕੈਲਗਰੀ, ਇਹ 4 에ਅਰਪੋਰਟ ਹੀ ਨੇ ਜਿੱਥੇ ਕਿ ਇੰਟਰਨੈਸ਼ਨਲ ਯਾਤਰੀ ਇਸ ਸਮੇਂ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ ਹਵਾਈ ਸਫ਼ਰ ਦੇ ਰਾਹੀਂ। ਤੇ ਇਸ ਤੋਂ ਇਲਾਵਾ ਜੋ 59 ਅਜਿਹੇ ਹੋਟਲ ਨੇ ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ, ਇਹਨਾਂ ਹੋਟਲਸ ਦੇ ਵਿੱਚ ਹੀ ਕੁਆਰੰਟੀਨ ਕੀਤਾ ਜਾ ਸਕਦਾ ਹੈ। ਤਾਂ ਉਧਰ ਕੁਝ ਯਾਤਰੀਆਂ ਦੇ ਅਨੁਭਵ ਨਿਊਜ਼ ਏਜੰਸੀਜ਼ ਦੇ ਵੱਲੋਂ ਸਾਂਝੇ ਕੀਤੇ ਜਾਂਦੇ ਨੇ। ਤਾਂ ਇਸ ਦੇ ਵਿੱਚ ਜੋ ਤਾਜ਼ਾ ਅਨੁਭਵ ਸਾਂਝੇ ਕੀਤੇ ਗਏ ਨੇ ਉਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੁਝ ਯਾਤਰੀ ਕਾਨੂੰਨੀ ਰੂਪ ਵਿੱਚ ਇਸ ਹਦਾਇਤ ਨੂੰ ਚੁਣੌਤੀ ਦੇਣ ਦੀ ਤਿਆਰੀ ਦੇ ਵਿੱਚ ਨੇ, ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ 에ਅਰਪੋਰਟ ਦੇ ਉੱਤੇ ਉਹ ਪਹੁੰਚ ਜਾਂਦੇ ਨੇ ਤੇ ਜਿੱਥੇ COVID-19 ਦਾ ਟੈਸਟ ਕੀਤਾ ਜਾਂਦਾ ਉੱਥੇ ਵੀ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਉਹ ਆ ਜਾਂਦੇ ਨੇ ਕਿ ਜੇਕਰ ਪਹਿਲਾਂ ਉਹਨਾਂ ਨੂੰ COVID-19 ਨਹੀਂ ਹੋਵੇਗਾ ਤਾਂ ਉਸ ਥਾਂ ਦੇ ਉੱਤੇ ਹਦਾਇਤਾਂ ਦੀ ਜ਼ਿਆਦਾਤਰ ਜਿਹੜਾ ਉਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਦੇ ਕਰਕੇ ਉੱਥੇ ਵੀ COVID-19 ਦੇ ਸ਼ਿਕਾਰ ਹੋ ਸਕਦੇ ਨੇ। ਤਾਂ ਉਸ ਤੋਂ ਬਾਅਦ ਜਦੋਂ ਸ਼ਟਲ ਦੇ ਵਿੱਚ ਜਾਂਦੇ ਨੇ ਤਾਂ ਸ਼ਟਲ ਦੇ ਵਿੱਚ ਵੀ ਜਿਹੜੀ ਕਿ 에ਅਰਪੋਰਟ ਤੋਂ ਹੋਟਲ ਤੱਕ ਉਹਨਾਂ ਨੂੰ ਲੈ ਕੇ ਜਾਂਦੀ ਹੈ, COVID-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਲੋਕਾਂ ਨੂੰ ਦੇਖਿਆ ਜਾ ਸਕਦਾ, ਜਿਸ ਦੇ ਉੱਤੇ ਸਖਤ ਕਦਮ ਚੁੱਕਣ ਦੀ ਲੋੜ ਹੈ। ਅਜਿਹਾ ਕਿਹਾ ਗਿਆ
ਤਾਂ ਉਧਰ ਸਿਹਤ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੇ ਹੋਟਲ ਨੇ ਜਿਨ੍ਹਾਂ ਨੂੰ ਮਨਜ਼ੂਰੀ ਮਿਲੀ ਹੈ ਕੁਆਰੰਟੀਨ ਜਿੱਥੇ ਕੀਤਾ ਜਾ ਸਕਦਾ ਹੈ, ਉਹਨਾਂ ਵਿੱਚ ਸਿਹਤ ਅਧਿਕਾਰੀ ਬਾਰ-ਬਾਰ ਆਪ ਚੈਕਿੰਗ ਕਰਦੇ ਨੇ ਕਿ ਕਿਤੇ ਕੋਵਿਡ-19 ਦੀ ਹਦਾਇਤਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ ਤੇ ਇਸੇ ਨੂੰ ਲੈ ਕੇ ਧਿਆਨ ਦਿੱਤਾ ਜਾ ਰਿਹਾ ਹੈ। ਪਰ ਉਧਰ ਯਾਤਰੀਆਂ ਦੇ ਵੱਲੋਂ ਬਾਰ-ਬਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਹੋਟਲ ਵਿੱਚ ਕੁਆਰੰਟੀਨ ਕਰਨ ਨਾਲੋਂ ਉਹ ਆਪਣੇ ਘਰ ਦੇ ਵਿੱਚ ਜ਼ਿਆਦਾ ਸੁਰੱਖਿਅਤ ਤਰੀਕੇ ਦੇ ਨਾਲ ਕੁਆਰੰਟੀਨ ਕਰ ਸਕਦੇ ਨੇ ਤੇ ਕੋਵਿਡ-19 ਤੋਂ ਆਪਣਾ ਬਚਾਅ ਕਰ ਸਕਦੇ ਨੇ ਕਿ 14 ਦਿਨ ਹੀ ਜੇਕਰ ਉਹ ਆਪਣੀ ਜਿਹੜੀ ਥਾਂ ਦੇ ਉੱਤੇ ਉਹਨਾਂ ਨੇ ਆਪਣਾ ਪਹਿਲਾਂ ਅਗਲੇ ਦਿਨਾਂ ਦੇ ਵਾਸਤੇ ਕੁਆਰੰਟੀਨ ਨੂੰ ਲੈ ਕੇ ਇੰਤਜ਼ਾਮ ਕੀਤਾ ਗਿਆ ਹੋਵੇ ਉੱਥੇ ਕੁਆਰੰਟੀਨ ਕਰਨ। ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਕੈਨੇਡੀਅਨ ਕਨਸਟੀਟਿਊਸ਼ਨ ਫਾਊਂਡੇਸ਼ਨ ਨੇ ਇਸ ਨੂੰ ਲੈ ਕੇ ਕਾਨੂੰਨੀ ਰੂਪ ਵਿੱਚ ਚੁਣੌਤੀ ਵੀ ਦਿੱਤੀ ਤੇ ਕੇਸ ਵੀ ਪਾਇਆ। ਉਹਨਾਂ ਦੀ ਜਿਹੜੀ ਪਹਿਲਾਂ ਬਿਡ ਸੀ ਉਸ ਨੂੰ ਤਾਂ ਅਦਾਲਤ ਨੇ ਰੱਦ ਕਰ ਦਿੱਤਾ ਸੀ ਤੇ ਇਸ ਨੂੰ ਲੈ ਕੇ ਹਜੇ ਵੀ ਉਹ ਸੰਘਰਸ਼ ਕਰ ਰਹੇ ਨੇ ਕਿ ਹੋਟਲ ਕੁਆਰੰਟੀਨ ਦੀ ਹਦਾਇਤ ਹੈ ਜੋ ਕੈਨੇਡਾ ਸਰਕਾਰ ਉਸ ਨੂੰ ਹਟਾ ਦੇਵੇ, ਕਿਉਂਕਿ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਉੱਤੇ ਵਿੱਤੀ ਬੋਝ ਪੈਂਦਾ ਹੈ। ਤਾਂ ਨਾਲ ਹੀ ਜੇਕਰ ਉਹਨਾਂ ਨੂੰ ਮਜਬੂਰੀ ਦੇ ਵਿੱਚ ਕਿਤੇ ਟਰੈਵਲ ਕਰਨਾ ਪੈਂਦਾ ਤੇ ਵਾਪਸ ਉਹ ਜਦੋਂ ਕੈਨੇਡਾ ਆਉਂਦੇ ਨੇ ਤਾਂ ਇੱਕ ਪਾਸੇ ਤਾਂ ਟਿਕਟ ਦਾ ਖਰਚਾ ਤਾਂ ਦੂਜੇ ਪਾਸੇ ਹੋਟਲ ਵਿੱਚ ਕੁਆਰੰਟੀਨ ਦਾ ਖਰਚਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਵਿੱਤੀ ਬੋਝ ਪਾਉਂਦਾ ਹੈ। ਤੇ ਸਿਰਫ ਉਹੀ ਨਹੀਂ ਸਗੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਵੀ ਕਈ ਅਦਾਰੇ ਮੰਗ ਕਰ ਚੁੱਕੇ ਨੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਹੋਟਲ ਕੁਆਰੰਟੀਨ ਦੀ ਹਦਾਇਤਾਂ ਕਾਫੀ ਜ਼ਿਆਦਾ ਵਿੱਤੀ ਬੋਝ ਪੈਂਦਾ ਹੈ। ਉਹਨਾਂ ਨੂੰ ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਛੋਟ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਹੀ ਉਹ ਕਾਫੀ ਜ਼ਿਆਦਾ ਖਰਚਾ ਕਰਕੇ ਆਉਂਦੇ ਨੇ ਤੇ ਕੋਵਿਡ-19 ਦੀਆਂ ਹਦਾਇਤਾਂ ਦੇ ਕਰਕੇ ਜੋ ਹੋਟਲ ਕੁਆਰੰਟੀਨ ਦੀ ਹਦਾਇਤ ਹੈ ਉਸ ਦੇ ਨਾਲ ਉਹਨਾਂ ਨੂੰ ਹੋਰ ਵੀ ਜ਼ਿਆਦਾ ਖਰਚਾ ਕਰਨਾ ਪੈਂਦਾ ਜੋ ਉਹਨਾਂ ਦੇ ਉੱਤੇ ਕਾਫੀ ਵਿੱਤੀ ਬੋਝ ਬਣਦਾ ਹੈ। ਅਗਲੀ ਖਬਰ ਹੈ ਕਿ ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਜਾਣਕਾਰੀ ਦਿੱਤੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਮੂਰਖ ਬਣਾਏ ਜਾਣ ਦੇ ਤੇ ਫਰਾਡ ਦੇ ਸ਼ਿਕਾਰ ਬਣਾਏ ਜਾਣ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਜਾਲੀ ਵੈਬਸਾਈਟਸ ਜਾਂ ਜਾਲੀ ਈਮੇਲਸ ਦੇ ਰਾਹੀਂ ਉਹਨਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਜੋ ਅਜਿਹੀਆਂ ਵੈਬਸਾਈਟਸ ਤੇ ਈਮੇਲਸ ਬਣਾਈਆਂ ਗਈਆਂ ਨੇ ਜੋ ਕਿ ਸਰਕਾਰੀ ਵੈਬਸਾਈਟਸ ਦੇ ਨਾਲ ਮੇਲ ਖਾਂਦੀਆਂ ਨੇ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਸਾਰਿਆਂ ਨੂੰ ਸਾਵਧਾਨ ਹੋਣ ਦੇ ਵਾਸਤੇ ਕਿਹਾ, ਜਿਨ੍ਹਾਂ ਨੇ ਕਿਹਾ ਕਿ ਸਕੈਮ ਤੋਂ ਬਚਣ ਦੇ ਵਾਸਤੇ ਧਿਆਨ ਦਿੱਤਾ ਜਾਵੇ ਕਿ ਕਿਸੇ ਵੀ ਜਾਲੀ ਵੈਬਸਾਈਟ ਜਾਂ ਫਿਰ ਈਮੇਲ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਈਆਂ ਦੇ ਵੱਲੋਂ ਜਾਲੀ ਵੈਬਸਾਈਟਸ ਤੇ ਈਮੇਲਸ ਕੁਝ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਨੇ ਜੋ ਕਿ ਅਸਲੀ ਵੈਬਸਾਈਟਸ ਤੇ ਈਮੇਲਸ ਦੇ ਨਾਲ ਮੇਲ ਖਾਂਦੀਆਂ ਨੇ। ਜਿਸ ਦੇ ਵਿੱਚ ਉਹਨਾਂ ਨੇ 2 ਈਮੇਲਸ ਵੀ ਸਾਂਝੀਆਂ ਕੀਤੀਆਂ ਨੇ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕੈਨੇਡਾ ਹਾਈ ਕਮਿਸ਼ਨ ਨੇ ਦੱਸਿਆ ਕਿ delhi-immigration@international-gc-ca.co ਤੇ ਅੱਗੇ ਉਹਨਾਂ ਨੇ ਦੱਸਿਆ visa-work-permit.dept ਡਿਪਾਰਟਮੈਂਟ ਦੀ ਸ਼ਾਰਟ ਫਾਰਮ ਹੈ @ircc-international-gc.com, ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਜਾਲੀ ਈਮੇਲਸ ਨੇ। ਇਹਨਾਂ ਦਾ IRCC ਜਾਂ ਫਿਰ ਹਾਈ ਕਮਿਸ਼ਨ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ। ਇਸ ਦੇ ਵਾਸਤੇ ਜਾਣਨ ਦੇ ਲਈ ਹੋਰ ਜ਼ਿਆਦਾ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਜਾਣਕਾਰੀ ਲਈ ਜਾ ਸਕਦੀ ਹੈ। ਜੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਹੈ ਉੱਥੇ ਹੀ ਜਿਹੜੀ ਜਾਣਕਾਰੀ ਆਵੇ ਉਸ ਦੇ ਉੱਤੇ ਹੀ ਯਕੀਨ ਕੀਤਾ ਜਾਵੇ। ਜੇਕਰ ਕਿਸੇ ਦੇ ਵੱਲੋਂ ਵੀ ਤੁਹਾਨੂੰ ਈਮੇਲ ਆਉਂਦੀ ਹੈ ਤੇ ਉਸ ਈਮੇਲ ਦੇ ਰਾਹੀਂ ਕਿਸੇ ਵੀ ਤਰ੍ਹਾਂ ਦੀ ਫੀਸ ਦੀ ਮੰਗ ਕੀਤੀ ਜਾਂਦੀ ਹੈ ਜਾਂ ਤੁਹਾਡੇ ਪਾਸਪੋਰਟ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਦੇ ਬਾਰੇ ਇੱਕ ਵਾਰ ਵੈਬਸਾਈਟ ਦੇ ਉੱਤੇ ਜਾ ਕੇ ਸਥਾਈ ਜ਼ਰੂਰ ਬਣਾਇਆ ਜਾਵੇ ਕਿ ਕਿਤੇ ਤੁਹਾਨੂੰ ਜਾਲੀ ਈਮੇਲ ਤਾਂ ਨਹੀਂ ਆਈ ਕਿਸੇ ਦੇ ਵੱਲੋਂ, ਕਿ ਕਿਸੇ ਦੇ ਵੱਲੋਂ ਤੁਹਾਡੇ ਤੋਂ ਪੈਸੇ ਲੁੱਟਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਮੂਰਖ ਬਣਾ ਕੇ, ਕਿਉਂਕਿ ਅਜਿਹਾ ਬਹੁਤ ਜਣਿਆਂ ਨਾਲ ਹੋਇਆ ਹੈ, ਜਿਸ ਦੇ ਕਰਕੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਤੇ ਹਾਈ ਕਮਿਸ਼ਨ ਆਫ ਕੈਨੇਡਾ ਨੇ ਭਾਰਤ ਵਿੱਚ ਇਹ ਈਮੇਲਸ ਸਾਂਝੀਆਂ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਕਿਸੇ ਵੀ ਫਰਾਡ ਦੇ ਸ਼ਿਕਾਰ ਹੋਣ ਤੋਂ ਬਚਣ ਦੇ ਵਾਸਤੇ ਧਿਆਨ ਦਿੱਤਾ ਜਾਵੇ ਕਿ ਕਿਸੇ ਵੀ ਜਾਲੀ ਈਮੇਲ ਜਾਂ ਵੈਬਸਾਈਟ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਇਹੀ ਨਹੀਂ ਸਗੋਂ ਕੈਨੇਡਾ ਹਾਈ ਕਮਿਸ਼ਨ ਨੇ ਇਹ ਵੀ ਇੱਥੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਕੰਮ ਕਰਨ ਦਾ ਸਮਾਂ ਹੈ ਜੋ ਉਹ ਪਹਿਲਾਂ ਨਾਲੋਂ ਹੁਣ ਘੱਟ ਕੀਤਾ ਗਿਆ ਕਈ ਥਾਵਾਂ ਦੇ ਉੱਤੇ, ਕਿਉਂਕਿ ਕੋਵਿਡ-19 ਦੇ ਭਾਰਤ ਵਿੱਚ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਨੇ, ਜਿਸ ਦੇ ਕਰਕੇ ਜੋ ਸਰਵਿਸ ਹੈ ਉਹ ਪਹਿਲਾਂ ਨਾਲੋਂ ਮੁੜ ਤੋਂ ਘੱਟ ਕਰ ਦਿੱਤੀ ਗਈ ਹੈ। ਜੋ ਬਾਇਓਮੈਟ੍ਰਿਕ ਸਰਵਿਸ ਦੇ ਨਾਲ ਹੀ ਪਾਸਪੋਰਟ ਦੀ ਸਰਵਿਸ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਸਮਾਂ ਹੈ ਉਹ ਘੱਟ ਹੋਣ ਦੇ ਨਾਲ ਇਸ ਸਰਵਿਸ ਨੂੰ ਵੀ ਹੋਰ ਘੱਟ ਕੀਤਾ ਗਿਆ ਹੈ, ਜਿਸ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਕਿਉਂਕਿ ਹੁਣ ਤੱਕ ਤਾਂ ਜਿਹੜੇ ਬਾਇਓਮੈਟ੍ਰਿਕ ਹੋ ਰਹੇ ਸਨ ਉਹ ਫੈਮਿਲੀ ਕਲਾਸ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਬਾਇਓਮੈਟ੍ਰਿਕ ਦੇ ਵਾਸਤੇ ਉਹਨਾਂ ਨੂੰ ਜਿਹੜਾ ਬੁਲਾਇਆ ਜਾ ਰਿਹਾ ਸੀ, ਅਪਾਇੰਟਮੈਂਟਸ ਦਿੱਤੀਆਂ ਜਾ ਰਹੀਆਂ ਸਨ। ਤਾਂ ਇਸ ਦੇ ਉੱਤੇ ਜੋ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਆਪਣੀ ਈਮੇਲਸ ਵੀ ਦੇਖ ਲਈਆਂ ਜਾਣ, ਕਿਉਂਕਿ ਜਿਵੇਂ ਕਿ ਕਈ ਥਾਵਾਂ ਦੇ ਉੱਤੇ ਜੋ ਸਰਵਿਸ ਘੱਟ ਕੀਤੀ ਗਈ ਹੈ ਤਾਂ ਹੋ ਸਕਦਾ ਕਿ ਜਿਹੜੀ ਤੁਹਾਡੀ ਅਪਾਇੰਟਮੈਂਟ ਵੀ ਬਣੀ ਹੋਈ ਹੈ ਬਾਇਓਮੈਟ੍ਰਿਕ ਨੂੰ ਲੈ ਕੇ ਉਸ ਦੇ ਵਿੱਚ ਵੀ ਕੋਈ ਤਬਦੀਲੀ ਕੀਤੀ ਜਾਵੇ ਤਾਂ ਜੋ ਉਸ ਦੇ ਬਾਰੇ ਜਿੱਥੇ ਤੁਹਾਨੂੰ ਜਾਣਕਾਰੀ ਪਹਿਲਾਂ ਮਿਲੀ ਹੈ ਉੱਥੇ ਹੀ ਉਸ ਜਾਣਕਾਰੀ ਦੇ ਉੱਤੇ ਧਿਆਨ ਦਿੱਤਾ ਜਾਵੇ ਕਿ ਕਿਤੇ ਤੁਹਾਡੀ ਜਿਹੜੀ ਅਪਾਇੰਟਮੈਂਟ ਦੀ ਤਰੀਕ ਹੈ ਜਾਂ ਸਮਾਂ ਹੈ ਉਹ ਬਦਲ ਤਾਂ ਨਹੀਂ ਦਿੱਤਾ ਗਿਆ, ਤੇ ਇਸ ਨੂੰ ਲੈ ਕੇ ਧਿਆਨ ਦੇਣ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ। ਤੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਕਰਕੇ ਕੰਮ ਦੇ ਉੱਤੇ ਮੁੜ ਤੋਂ ਪ੍ਰਭਾਵ ਪਿਆ ਹੈ।
ਤਾਂ ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਉੱਤੇ ਉਹਨਾਂ ਨੇ ਚਿੰਤਾ ਦਾ ਪ੍ਰਗਟਾਵਾ ਤਾਂ ਕੀਤਾ ਹੀ, ਸਗੋਂ ਜੋ ਟੀਕਿਆਂ ਦੀ ਇਸ ਸਮੇਂ ਸਪਲਾਈ ਨੂੰ ਲੈ ਕੇ ਕਮੀ ਹੈ ਉਸ ਦੇ ਉੱਤੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਕਿਸ ਤਰ੍ਹਾਂ ਕੈਨੇਡਾ ਸਰਕਾਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਕਿ ਕੋਵਿਡ-19 ਦੇ ਟੀਕੇ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਕੈਨੇਡਾ 'ਚ ਪਹੁੰਚ ਸਕਣ ਤੇ ਅੱਗੇ ਤੋਂ ਅੱਗੇ ਲੋਕਾਂ ਦੇ ਟੀਕੇ ਲੱਗ ਸਕਣ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਪਾਰੀਆਂ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਹਨਾਂ ਨੇ ਬਿਜ਼ਨੈਸਿਸ ਦਾ ਜ਼ਿਕਰ ਕੀਤਾ ਕਿ ਕੈਨੇਡਾ ਸਰਕਾਰ ਕਿਸ ਤਰ੍ਹਾਂ ਵਿੱਤੀ ਪੱਧਰ ਦੇ ਉੱਤੇ ਜੋ ਮਦਦ ਦੇ ਰਹੀ ਹੈ ਵੱਖੋ ਵੱਖਰੇ ਪ੍ਰੋਗਰਾਮਸ ਦੇ ਰਾਹੀਂ, ਉਸ ਮਦਦ ਦੇ ਨਾਲ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਕਰਕੇ ਜਿਹੜੇ ਵਪਾਰ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਦਾ ਨੁਕਸਾਨ ਇਸ ਮੌਕੇ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਅਜਿਹੇ ਵਿੱਚ ਉਹਨਾਂ ਨੂੰ ਸਹਾਰਾ ਮਿਲ ਸਕੇ ਤੇ ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ। Yesterday, I spoke with Mayor Crombie of Mississauga, Mayor Tory of Toronto, and Mayor Brown of Brampton. We talked about what's going on in the GTA and what that means for hospitals, schools, and small businesses. We also talked about the fact that this is a moment when we all have to work together to flatten the curve while getting vaccines into arms as quickly as possible. Earlier this morning, I also spoke with Mayor Scarpitti of Markham. I told him what I told the other mayors last night, that our government is here to help. And that's true for every community in Canada. No matter where you live, know that we have your back. ਅਗਲੀ ਖਬਰ ਹੈ ਓਨਟਾਰੀਓ ਤੋਂ। ਓਨਟਾਰੀਓ ਦੇ ਵਿੱਚ ਜਿਵੇਂ ਕਿ ਸਿਰਫ 4 ਹਫ਼ਤੇ ਦੇ ਲਈ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਸਟੇ ਐਟ ਹੋਮ ਆਰਡਰ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ ਜਿਹੜੇ ਵੀ ਗੈਰ ਜ਼ਰੂਰੀ ਕੰਮ ਨੇ ਉਹਨਾਂ ਨੂੰ ਬੰਦ ਕੀਤਾ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਕਿਹਾ ਗਿਆ ਕਿ ਗੈਰ ਜ਼ਰੂਰੀ ਕੰਮਾਂ ਦੇ ਵਾਸਤੇ ਘਰਾਂ ਦੇ ਬਾਹਰ ਨਾ ਨਿਕਲਿਆ ਜਾਵੇ, ਜ਼ਿਆਦਾ ਤੋਂ ਜ਼ਿਆਦਾ ਜੋ ਘਰਾਂ ਦੇ ਵਿੱਚੋਂ ਹੀ ਬੈਠ ਕੇ ਕੰਮ ਕੀਤਾ ਜਾਵੇ। ਪਰ ਇਹਨਾਂ ਆਰਡਰਸ ਨੂੰ ਹੋਰ 1 ਹਫ਼ਤੇ ਦੇ ਲਈ ਅੱਗੇ ਵਧਾ ਦਿੱਤਾ ਗਿਆ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅੱਜ ਐਲਾਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਮੇਂ ਜੋ ਹਾਲਾਤ ਬਣ ਗਏ ਨੇ ਉਸ ਦੇ ਵਿੱਚ ਕਿਉਂਕਿ ਮਾਹਰਾਂ ਦੇ ਵੱਲੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਕੋਵਿਡ-19 ਦੇ ਮਾਮਲੇ ਓਨਟਾਰੀਓ ਤੋਂ ਸਾਹਮਣੇ ਆ ਸਕਦੇ ਨੇ, ਜਿਸ ਦੇ ਉੱਤੇ ਕਾਬੂ ਪਾਉਣਾ ਕਾਫੀ ਮੁਸ਼ਕਲ ਹੋ ਜਾਵੇਗਾ, ਜਿਸ ਨੂੰ ਲੈ ਕੇ ਇਸ ਸਮੇਂ ਹੋਰ ਜ਼ਿਆਦਾ ਜੋ ਸਟੇ ਐਟ ਹੋਮ ਆਰਡਰ ਨੇ ਉਹਨਾਂ ਨੂੰ ਵਧਾਇਆ ਜਾਵੇ ਤੇ ਉਸ ਨੂੰ ਲੈ ਕੇ ਜੋ ਐਲਾਨ ਕੀਤਾ ਗਿਆ ਹੈ ਕਿ 6 ਹਫ਼ਤੇ ਦੇ ਵਾਸਤੇ ਹੁਣ ਓਨਟਾਰੀਓ ਵਾਸੀਆਂ ਦੇ ਲਈ ਸਟੇ ਐਟ ਹੋਮ ਆਰਡਰ ਲਾਗੂ ਰਹਿਣਗੇ ਤੇ ਇਸੇ ਸਮੇਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਦੇ ਕੋਵਿਡ-19 ਦੇ ਟੀਕੇ ਲਗਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ ਤਾਂ ਕਿ ਜਦੋਂ ਲੋਕ ਘਰਾਂ ਤੋਂ ਬਾਹਰ ਨਾ ਜਾਣ ਤੇ ਇਸ ਮੌਕੇ ਉਹਨਾਂ ਨੂੰ ਕੋਵਿਡ-19 ਦੇ ਟੀਕੇ ਵੀ ਲੱਗਣ ਤਾਂ ਜੋ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇ। ਤਾਂ ਉਧਰ ਜਦੋਂ ਇਮੀਗ੍ਰੇਸ਼ਨ ਵਿਭਾਗ ਨੇ 90,000 ਵਿਅਕਤੀਆਂ ਨੂੰ ਪੱਕੇ ਕਰਨ ਦਾ ਇੱਕ ਪਾਸੇ ਐਲਾਨ ਕੀਤਾ ਤਾਂ ਦੂਜੇ ਪਾਸੇ ਉਸ ਯੋਗਤਾ ਨੂੰ ਪੂਰੀ ਕਰਨ ਦੇ ਵਾਸਤੇ ਕਾਫੀ ਵੱਡੀ ਗਿਣਤੀ ਵਿੱਚ ਲੋਕ ਆਪਣੇ ਜੋ ਡਾਕੂਮੈਂਟ ਨੇ ਤੇ ਉਸ ਦੀਆਂ ਸ਼ਰਤਾਂ ਨੇ ਜੋ ਉਹਨਾਂ ਨੂੰ ਪੂਰਾ ਕਰਨ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰਨ ਲੱਗੇ ਤਾਂ ਇਸ ਤਰ੍ਹਾਂ ਜੋ ਆਇਲਸ ਤੇ ਸੈਲਪਿਪ ਦੀਆਂ ਵੈਬਸਾਈਟਸ ਨੇ ਉਹ ਕ੍ਰੈਸ਼ ਹੋ ਗਈਆਂ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਦੋਂ ਹੀ ਐਲਾਨ ਕੀਤਾ ਕਿ 90,000 ਵਿਅਕਤੀ ਪੱਕੇ ਕੀਤੇ ਜਾਣਗੇ ਜਿਨ੍ਹਾਂ ਦੇ ਵਾਸਤੇ ਅਰਜ਼ੀਆਂ ਮਈ 6 ਤੋਂ ਖੁੱਲ ਰਹੀਆਂ ਨੇ ਤਾਂ ਉਸ ਦੇ ਵਾਸਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੇ ਆਪਣੀਆਂ ਫਾਈਲਾਂ ਤਿਆਰ ਕਰਨ ਦੇ ਵਾਸਤੇ ਤਿਆਰੀ ਸ਼ੁਰੂ ਕਰ ਦਿੱਤੀ, ਜਿਸ ਦੇ ਲਈ ਜੋ ਯੋਗਤਾ ਹੈ ਉਸ ਨੂੰ ਪੂਰੀ ਕਰਨ ਦੇ ਵਾਸਤੇ ਖਾਸ ਤੌਰ ਦੇ ਉੱਤੇ ਜੋ ਇੰਗਲਿਸ਼ ਲੈਂਗੁਏਜ ਦੇ ਟੈਸਟ ਹੁੰਦੇ ਨੇ ਉਸ ਦੇ ਵਾਸਤੇ ਬੁਕਿੰਗ ਸ਼ੁਰੂ ਕਰ ਦਿੱਤੀ। ਪਰ ਇਸ ਦੌਰਾਨ ਆਇਲਸ ਤੇ ਸੈਲਪਿਪ ਦੀ ਜਦੋਂ ਬੁਕਿੰਗ ਜ਼ਿਆਦਾ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਇੱਕਦਮ ਕੀਤੇ ਜਾਣ ਦੇ ਵਾਸਤੇ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਦੀਆਂ ਵੈਬਸਾਈਟਸ ਕ੍ਰੈਸ਼ ਹੋ ਗਈਆਂ। ਦਰਅਸਲ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਦੋਂ ਐਲਾਨ ਕੀਤਾ ਗਿਆ ਤਾਂ ਦੂਜੇ ਦਿਨ ਵੀ ਬੁਕਿੰਗ ਦੇ ਵਿੱਚ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਦਿੱਕਤ ਆ ਰਹੀ ਸੀ ਕਿਉਂਕਿ ਇਹਨਾਂ ਵੈਬਸਾਈਟਸ ਦੇ ਉੱਤੇ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਇੱਕਦਮ ਲੋਕਾਂ ਦੇ ਵੱਲੋਂ ਅਪਲਾਈ ਕਰਨ ਦੇ ਵਾਸਤੇ ਟੈਸਟ ਦੇ ਲਈ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸੈਲਪਿਪ ਦੇ ਅਧਿਕਾਰੀਆਂ ਦੇ ਵੱਲੋਂ ਤਾਂ ਖੁਦ ਜਾਣਕਾਰੀ ਇਸ ਬਾਰੇ ਸਾਂਝੀ ਕੀਤੀ ਗਈ, ਜਿਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇੱਕਦਮ ਟੈਸਟ ਦੀ ਰਜਿਸਟ੍ਰੇਸ਼ਨ ਦੇ ਵਾਸਤੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ, ਜਿਸ ਦੇ ਕਰਕੇ ਉਹਨਾਂ ਦੀ ਵੈਬਸਾਈਟ ਹੈ ਜੋ ਉਹ ਤਕਨੀਕੀ ਖਰਾਬੀ ਦਾ ਸਾਹਮਣਾ ਕਰ ਰਹੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਟੈਸਟ ਦੀ ਰਜਿਸਟ੍ਰੇਸ਼ਨ ਹੈ ਉਸ ਦੇ ਵਾਸਤੇ ਉਹਨਾਂ ਦੇ ਕਿਸੇ ਦਫ਼ਤਰ ਦੇ ਵਿੱਚ ਨਾ ਪਹੁੰਚਿਆ ਜਾਵੇ ਤੇ ਨਾ ਹੀ ਕਿਸੇ ਟੈਸਟ ਸੈਂਟਰ ਦੇ ਉੱਤੇ ਪਹੁੰਚਿਆ ਜਾਵੇ, ਜਿਸ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਵੈਬਸਾਈਟ ਦੇ ਉੱਤੇ ਹੀ ਟੈਸਟ ਬੁੱਕ ਕੀਤਾ ਜਾ ਸਕਦਾ ਹੈ ਤੇ ਹੁਣ ਇਸ ਦੇ ਵਾਸਤੇ ਵਾਰੋ-ਵਾਰੀ ਅੱਗੇ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿਉਂਕਿ ਕਈਆਂ ਦੇ ਟੈਸਟ ਬੁੱਕ ਹੋਏ ਵੀ ਨੇ ਪਰ ਲਗਾਤਾਰ ਬਹੁਤ ਜ਼ਿਆਦਾ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਟੈਸਟ ਬੁੱਕ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੈਬਸਾਈਟਸ ਦੇ ਉੱਤੇ ਕਾਫੀ ਜ਼ਿਆਦਾ ਇੱਕਦਮ ਬੋਝ ਪੈ ਗਿਆ। ਆਇਲਸ ਦੇ ਅਧਿਕਾਰੀਆਂ ਦੇ ਵੱਲੋਂ ਵੀ ਕੁਝ ਅਜਿਹੀ ਹੀ ਜਾਣਕਾਰੀ ਸਾਂਝੀ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਜੋ ਇਹ ਐਲਾਨ ਕੀਤਾ ਹੈ ਉਸ ਦੇ ਵਿੱਚ 40,000 ਇੰਟਰਨੈਸ਼ਨਲ ਗ੍ਰੈਜੂਏਟ ਨੇ ਜਿਹੜੇ ਉਹਨਾਂ ਦੇ ਵਾਸਤੇ ਪੱਕੇ ਕਰਨ ਦੇ ਲਈ ਅਰਜ਼ੀਆਂ ਖੋਲੀਆਂ ਜਾਣਗੀਆਂ। 20,000 ਉਹ ਵਰਕ ਪਰਮਿਟ ਦੇ ਉੱਤੇ ਕੰਮ ਕਰਨ ਵਾਲੇ ਕਾਮੇ ਜਿਹੜੇ ਕਿ ਸਿਹਤ ਨਾਲ ਸੰਬੰਧੀ ਕੰਮਾਂ ਦੇ ਵਿੱਚ ਕੰਮ ਕਰਦੇ ਨੇ
ਤੇ ਇਸ ਤੋਂ ਇਲਾਵਾ 30,000 ਉਹ ਵਰਕ ਪਰਮਿਟ ਵਾਲੇ ਜਿਹੜੇ ਕਿ ਹੋਰ ਜ਼ਰੂਰੀ ਕੰਮਾਂ ਦੇ ਵਿੱਚ ਕੰਮ ਕਰਦੇ ਨੇ, ਜਿਸ ਦੀ ਸੂਚੀ ਕੈਨੇਡਾ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ। ਜਿਵੇਂ ਕਿ ਕੈਨੇਡਾ ਸਰਕਾਰ ਦਾ ਟੀਚਾ ਹੈ ਕਿ ਸਾਲ 2021 ਵਿੱਚ 4 ਲੱਖ ਤੋਂ ਵੱਧ ਵਿਅਕਤੀਆਂ ਨੂੰ ਪੱਕੇ ਕੀਤਾ ਜਾਵੇ। ਇਸ ਦੇ ਵਾਸਤੇ ਵੱਖੋ ਵੱਖਰੇ ਕੁਝ ਅਜਿਹੇ ਨਵੇਂ ਪ੍ਰੋਗਰਾਮ ਸਰਕਾਰ ਦੇ ਵੱਲੋਂ ਲਿਆਂਦੇ ਜਾ ਰਹੇ ਨੇ। ਸਿਰਫ ਇਹੀ ਨਹੀਂ, ਸਗੋਂ ਜਿਹੜੇ ਅੰਗਰੇਜ਼ੀ ਤੇ ਫ੍ਰੈਂਚ ਦੋਵੇਂ ਭਾਸ਼ਾਵਾਂ ਬੋਲ ਲੈਂਦੇ ਨੇ ਉਹਨਾਂ ਦੇ ਵਾਸਤੇ ਵੀ ਪ੍ਰੋਗਰਾਮ ਐਲਾਨਿਆ ਗਿਆ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ। ਪਰ ਫ੍ਰੈਂਚ ਦੇ ਟੈਸਟ ਬੁੱਕ ਕਰਨ ਨਾਲ ਸੰਬੰਧਿਤ ਫਿਲਹਾਲ ਕੋਈ ਵੀ ਵੈਬਸਾਈਟ ਦੇ ਉੱਤੇ ਦਿੱਕਤ ਨਹੀਂ ਆ ਰਹੀ ਹੈ। ਪਰ ਇੱਥੇ ਇਹ ਵੀ ਹੈ ਕਿ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਇਸ ਸਮੇਂ ਐਲਾਨ ਕੀਤੇ ਜਾ ਰਹੇ ਨੇ, ਉਹ ਇਸੇ ਦੇ ਮੱਦੇਨਜ਼ਰ ਕੀਤੇ ਜਾ ਰਹੇ ਨੇ ਤਾਂ ਕਿ ਇਸ ਸਾਲ ਦੇ ਵਿੱਚ ਜੋ ਟੀਚਾ ਰੱਖਿਆ ਗਿਆ ਉਹ ਤਾਂ ਪੂਰਾ ਹੋਵੇ ਹੀ, ਸਗੋਂ ਜਿਹੜੀਆਂ ਫਾਈਲਾਂ ਹੋਣ ਲੱਗਣਗੀਆਂ ਉਹਨਾਂ ਦੇ ਆਧਾਰ ਦੇ ਉੱਤੇ ਜੋ ਅਗਲੇ ਸਾਲ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਟੀਚਾ ਰੱਖਿਆ ਗਿਆ ਹੈ ਉਸ ਨੂੰ ਵੀ ਪੂਰਾ ਕਰਨ ਦੇ ਵਿੱਚ ਮਦਦ ਮਿਲ ਸਕੇ। ਤਾਂ ਇਸ ਦੇ ਨਾਲ ਜੋ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਇਸ ਸਮੇਂ ਐਲਾਨ ਕੀਤਾ ਗਿਆ ਉਸ ਦੇ ਵਿੱਚ ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਅਗਲੀ ਖਬਰ ਹੈ ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਐਲਾਨ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ BC ਪਾਰਕਸ ਦੇ ਵਾਸਤੇ ਹੋਰ ਜ਼ਿਆਦਾ ਫੰਡ ਦੇਣ ਦੀ ਗੱਲ ਕਹੀ ਹੈ। ਕੋਵਿਡ-19 ਦੇ ਦੌਰਾਨ ਜਦੋਂ ਲੋਕ ਇੱਕ ਦੂਜੇ ਨੂੰ ਜ਼ਿਆਦਾਤਰ ਮਿਲ ਨਹੀਂ ਸੀ ਸਕਦੇ ਤਾਂ ਉਹ ਸ਼ਾਮ ਦੇ ਸਮੇਂ ਜਾਂ ਫਿਰ ਵੀਕਐਂਡ ਦੇ ਉੱਤੇ ਪਾਰਕਸ ਦੇ ਵਿੱਚ ਜਾਣਾ ਜ਼ਿਆਦਾ ਪਸੰਦ ਕਰ ਰਹੇ ਸਨ, ਜਿੱਥੇ ਕਿ ਉਹ ਸਮਾਂ ਬਤੀਤ ਕਰ ਰਹੇ ਸੀ। ਜਦੋਂ ਪਾਰਕਸ ਖੋਲੀਆਂ ਗਈਆਂ ਤੇ ਇਸੇ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ BC ਪਾਰਕਸ ਦੇ ਵਾਸਤੇ ਨਿਵੇਸ਼ ਕਰਨ ਵਾਸਤੇ ਐਲਾਨ ਕੀਤਾ ਗਿਆ, ਜਿਨ੍ਹਾਂ ਕਿਹਾ ਕਿ BC ਪਾਰਕਸ ਦਾ ਜੋ ਬਜਟ ਹੈ ਉਸ ਦੇ ਵਿੱਚ $83 ਮਿਲੀਅਨ ਤੱਕ ਦਾ ਵਾਧਾ ਕੀਤਾ ਜਾਵੇਗਾ। ਇਸ ਦੇ ਬਾਰੇ ਐਲਾਨ ਕਰਦੇ ਹੋਏ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਜੋ ਕੈਂਪ ਗਰਾਊਂਡ ਨੇ ਹੋਰ ਜ਼ਿਆਦਾ ਬਣਾਏ ਜਾਣਗੇ ਸੂਬੇ ਵਿੱਚ। ਇਸ ਦੇ ਨਾਲ ਹੀ ਜੋ ਪਹਿਲਾਂ ਤੋਂ ਕੈਂਪ ਸਾਈਟਸ ਨੇ ਉੱਥੇ ਸਹੂਲਤਾਂ ਹੋਰ ਜ਼ਿਆਦਾ ਵਧੀਆ ਹੋਣ ਤੇ ਇਸ ਦੌਰਾਨ ਹੋਰ ਜ਼ਿਆਦਾ ਕਾਮੇ ਰੱਖੇ ਜਾਣਗੇ। ਨਾਲ ਹੀ ਇਸ ਦੇ ਵਿੱਚ ਹੋਰ ਬਿਹਤਰੀ ਲਿਆਉਣ ਦੇ ਵਾਸਤੇ ਕਦਮ ਚੁੱਕੇ ਜਾਣਗੇ ਇਸ ਬਜਟ ਦੇ ਰਾਹੀਂ, ਜਿਸ ਦੇ ਵਿੱਚ ਸੂਬੇ ਦੇ ਵੱਲੋਂ ਜਦੋਂ ਐਲਾਨ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਇਨ੍ਹਾਂ ਗਰਮੀਆਂ ਦੇ ਲਈ 185 ਨਵੀਆਂ ਕੈਂਪ ਸਾਈਟਸ ਸੂਬੇ ਦੇ ਵਿੱਚ ਜੋੜੀਆਂ ਗਈਆਂ ਨੇ, ਜਿਨ੍ਹਾਂ ਕਿਹਾ ਕਿ ਸਾਲ 2017 ਤੋਂ ਹੁਣ ਤੱਕ 1500 ਨਵੀਆਂ ਕੈਂਪ ਸਾਈਟਸ ਬਣਾਈਆਂ ਗਈਆਂ ਨੇ। ਇਸ ਦੌਰਾਨ ਵਾਤਾਵਰਣ ਮੰਤਰੀ ਨੇ ਜੋ ਬ੍ਰਿਟਿਸ਼ ਕੋਲੰਬੀਆ ਦੇ, ਉਹਨਾਂ ਨੇ ਜਦੋਂ ਜਾਣਕਾਰੀ ਦਿੱਤੀ ਤਾਂ ਕਿਹਾ ਕਿ BC ਪਾਰਕਸ ਦੇ ਵਿੱਚ ਲੋਕ ਜ਼ਿਆਦਾ ਸੁਰੱਖਿਅਤ ਤਰੀਕੇ ਦੇ ਨਾਲ ਆਪਣਾ ਸਮਾਂ ਬਤੀਤ ਕਰ ਸਕਣ ਤੇ ਇੱਕ ਦੂਜੇ ਦੇ ਨਾਲ ਤੇ ਨਾਲ ਹੀ ਕੁਦਰਤ ਦੇ ਨਾਲ ਜੁੜ ਸਕਣ, ਇਸ ਦੇ ਵਾਸਤੇ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਲ 2014 ਤੋਂ ਸਾਲ 2019 ਤੱਕ BC ਪਾਰਕਸ ਦੇ ਵਿੱਚ 23% ਤੱਕ ਜੋ ਵਿਜ਼ਿਟਰ ਨੇ, ਯਾਨੀ ਕਿ ਜਿਹੜੇ ਉੱਥੇ ਘੁੰਮਣ ਆਉਂਦੇ ਨੇ ਪਾਰਕਸ ਦੇ ਵਿੱਚ, ਉਹਨਾਂ ਦੀ ਗਿਣਤੀ ਦੇ ਵਿੱਚ ਇੰਨਾ ਵਾਧਾ ਦਰਜ ਕੀਤਾ ਗਿਆ ਹੈ। ਤੇ ਇਸ ਦੇ ਨਾਲ ਹੀ ਸਿਰਫ ਸਾਲ 2020 ਦੇ ਵਿੱਚ ਹੀ 2,70,000 ਤੱਕ ਕੈਂਪਿੰਗ ਰਿਜ਼ਰਵੇਸ਼ਨਸ ਹੋਈਆਂ ਨੇ। We know British Columbians care deeply about our fantastic BC park system, and they want us, the government, to protect and manage the park system effectively, as well as expand it. This budget increase builds on some recent funding that we introduced as part of our recovery program, Stronger BC, where we invested $5 million in infrastructure projects in 24 different provincial parks. We upgraded drinking water systems, boat launches, campgrounds, as well as cultural interpretation centers and the backcountry. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ। ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।